एक बार फिर तो ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪ੍ਰੋਗਰਾਮ ਕਰੰਟ ਟੌਪਿਕਸ ਲੈ ਕੇ ਮੈਂ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ। ਔਰ ਜੇ ਗੱਲ ਕੀਤੀ ਜਾਵੇ ਕਰੰਟ ਟੌਪਿਕਸ ਦੀ ਤੇ ਪੰਜਾਬ ਦੀ ਨਹੀਂ ਭਾਰਤ ਦੀ ਗੱਲ ਕੀਤੀ ਜਾਊਗੀ। ਛੇੜਛਾੜ ਪੀੜਤ ਦੇ ਪਿਤਾ ਦੀ ਮੁਲਜ਼ਮਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ। ਕਈ ਵਾਰ ਇੱਦਾਂ ਲੱਗਦਾ ਹੈ ਕਿ ਅਸੀਂ ਉੱਥੇ ਰਹਿ ਰਹੇ ਹਾਂ ਜਿੱਥੇ ਇੱਕ ਸੱਭਿਅਕ ਸਮਾਜ ਦੀ ਅਸੀਂ ਗੱਲ ਕਰਦੇ ਹਾਂ। ਉਦਾਹਰਨਾਂ ਸਾਡੇ ਲੀਡਰ ਇੱਦਾਂ ਦਿੰਦੇ ਨੇ ਕਿ ਪਤਾ ਨਹੀਂ ਅਸੀਂ ਕਿਹੜੇ ਸਵਰਗ ਦੇ ਵਿੱਚ ਰਹਿ ਰਹੇ ਹਾਂ। ਪਰ ਜਦੋਂ ਹਾਥਰਸ ਗੈਂਗ ਰੇਪ ਹੁੰਦਾ ਹੈ, ਇੱਕ ਲੜਕੀ ਨੂੰ ਬਣਦਾ ਸਨਮਾਨ ਯਾਨੀ ਕਿ ਉਸ ਦੀ ਜਿਹੜੀ ਆਖਰੀ ਯਾਤਰਾ ਹੈ ਉਹਨੂੰ ਵੀ ਪੂਰੇ ਸਨਮਾਨ ਨਾਲ ਨਹੀਂ ਕੀਤਾ ਜਾਂਦਾ। ਹੁਣ ਇਹੀ ਗੱਲ ਇੱਕ ਹੋਰ ਹਾਥਰਸ ਤੋਂ ਆਉਂਦੀ ਹੈ ਯਾਨੀ ਕਿ ਯੂਪੀ ਤੋਂ ਆਉਂਦੀ ਹੈ, ਜਿੱਥੇ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ 2018 ਵਿੱਚ ਦਰਜ ਛੇੜਛਾੜ ਦੇ ਮਾਮਲੇ ਵਿੱਚ ਕੇਸ ਦੇ ਮੁਲਜ਼ਮ ਨੇ ਕੱਲ੍ਹ ਪੀੜਤ ਲੜਕੀ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਜ਼ਮਾਨਤ ਤੇ ਜੇਲ੍ਹ ਚੋਂ ਬਾਹਰ ਆਇਆ ਹੋਇਆ ਸੀ। ਹਾਥਰਸ ਦੇ ਐਸਪੀ ਵਨੀਤ ਜੈਸਵਾਲ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਹਾਥਰਸ ਦੇ ਨੋਜ਼ਰਪੁਰ ਪਿੰਡ ਵਿੱਚ ਉਦੋਂ ਵਾਪਰੀ ਜਦੋਂ ਪੀੜਤ ਅੰਬਰੀਸ਼ ਦੀਆਂ ਧੀਆਂ ਮੰਦਰ ਗਈਆਂ ਸਨ। ਮੁਲਜ਼ਮ ਗੌਰਵ ਸ਼ਰਮਾ ਦੀ ਪਤਨੀ ਤੇ ਇੱਕ ਰਿਸ਼ਤੇਦਾਰ ਵੀ ਉੱਥੇ ਮੌਜੂਦ ਸਨ। ਇਸੇ ਦੌਰਾਨ ਉਹਨਾਂ ਵਿਚਕਾਰ ਬਹਿਸ ਹੋ ਗਈ। ਗੌਰਵ ਤੇ ਲੜਕੀਆਂ ਦੇ ਪਿਤਾ ਅੰਬਰੀਸ਼ ਵੀ ਉੱਥੇ ਪੁੱਜ ਗਏ। ਉਹਨਾਂ ਵਿਚਕਾਰ ਵੀ ਬਹਿਸ ਹੋ ਗਈ, ਜਿਸ ਮਗਰੋਂ ਗੌਰਵ ਨੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਬੁਲਾ ਕੇ ਅੰਬਰੀਸ਼ ਨੂੰ ਗੋਲੀਆਂ ਮਾਰ ਦਿੱਤੀਆਂ। ਸਟੋਰੀ ਇੱਦਾਂ ਲੱਗਦੀ ਹੈ ਕਿ ਕੋਈ ਫਿਲਮ ਦੀ ਚੱਲ ਰਹੀ ਹੋਵੇ, ਜਿਹਦੇ ਵਿੱਚ ਕੋਈ ਗੁੰਡਾ ਹੈ ਔਰ ਗੁੰਡੇ ਤੋਂ ਸਾਰੇ ਡਰ ਰਹੇ ਨੇ, ਪਰ ਇਹ ਅਸਲ ਸੱਚਾਈ ਹੈ ਉਸ ਥਾਂ ਦੀ ਜਿੱਥੇ ਅਸੀਂ ਕਹਿੰਦੇ ਹਾਂ ਕਿ ਕੌਂਸਟੀਟਿਊਸ਼ਨ ਅਸੈਂਬਲੀ ਦੀ ਗੱਲ ਕੀਤੀ ਜਾਵੇ ਤੇ ਸਭ ਤੋਂ ਜ਼ਿਆਦੀਆਂ ਸੀਟਾਂ ਯੂਪੀ ਦੇ ਵਿੱਚ ਨੇ। ਸਰਕਾਰਾਂ ਜਿਹੜੀਆਂ ਨੇ ਉਹ ਯੂਪੀ ਬਣਾ ਵੀ ਸਕਦਾ ਹੈ ਤੇ ਯੂਪੀ ਤੋੜ ਵੀ ਸਕਦਾ ਹੈ। ਅੱਜ ਕੱਲ੍ਹ ਯੂਪੀ ਬੀਜੇਪੀ ਵਾਲਿਆਂ ਦਾ ਗੜ੍ਹ ਹੈ, ਪਰ ਜਦੋਂ ਅਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਤਾਂ ਸੋ ਕਾਲਡ ਸੀਐਮ ਆਦਿੱਤਿਆਨਾਥ ਜੋਗੀ ਕਹਿੰਦੇ ਨੇ ਕਿ ਇੱਥੇ ਬੜਾ ਹੀ ਲਾਅ ਐਂਡ ਆਰਡਰ ਹੈ। ਲਾਅ ਐਂਡ ਆਰਡਰ ਦੀ ਤਾਂ ਗੱਲ ਹੀ ਛੱਡ ਦਿਓ, ਕਿਉਂਕਿ ਲਾਅ ਐਂਡ ਆਰਡਰ ਅਸੀਂ ਪੂਰਾ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ। ਜਦੋਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਫਿਰ ਲੱਗਦਾ ਕਿ ਲਾਅ ਐਂਡ ਆਰਡਰ ਤਾਂ ਸਿਰਫ ਦਿਖਾਵੇ ਦਾ ਆ, ਬਾਕੀ ਸਭ ਤੇ ਇਹਨਾਂ ਨੇ ਭਗਵੇਂ ਕਰਨ ਦੇ ਵਿੱਚ ਰੰਗਿਆ ਹੋਇਆ ਹੈ। ਇਹ ਸੀ ਯੂਪੀ ਦੀ ਗੱਲ। ਤੇ ਹੁਣ ਵੱਧਦੇ ਹਾਂ ਅਸੀਂ ਪੰਜਾਬ ਦੀ ਗੱਲ। ਪੰਜਾਬ ਦੀ ਗੱਲ ਇਸ ਕਰਕੇ ਕਿਉਂਕਿ ਹੁਣ ਪੰਜਾਬ ਇੱਕ ਮੋਹਰੀ ਸੂਬਾ ਬਣ ਚੁੱਕਾ ਹੈ ਕਿਸਾਨੀ ਸੰਘਰਸ਼ ਦੇ ਵਿੱਚ। ਕਿਸਾਨੀ ਸੰਘਰਸ਼ ਜਿਹੜਾ ਪੰਜਾਬ ਦੇ ਵਿੱਚ ਜੰਮਿਆ, ਦਿੱਲੀ ਦੀਆਂ ਬਰੂਹਾਂ ਤੇ ਖੇਲਿਆ ਤੇ ਉੱਥੇ ਜਵਾਨ ਹੋ ਗਿਆ। ਇਹ ਸੰਘਰਸ਼ ਜਿਹੜਾ ਹੈ 3 ਮਹੀਨੇ ਪਾਰ ਕਰਨ ਲੱਗਾ ਹੈ ਔਰ ਸੰਘਰਸ਼ ਦੇ ਵਿੱਚ ਹਰ ਦਿਨ ਨਵੀਂ ਗੱਲ ਹੁੰਦੀ ਹੈ। ਕਈ ਲੋਕ ਕਹਿੰਦੇ ਨੇ ਕਿ ਸੰਘਰਸ਼ ਹੁਣ ਹੌਲਾ ਪੈ ਗਿਆ, ਪਰ ਕੱਲ੍ਹ ਸਟੇਟਮੈਂਟ ਦਿੱਤੀ ਬਲਬੀਰ ਸਿੰਘ ਰਾਜੇਵਾਲ ਨੇ। ਉਹਨਾਂ ਨੇ ਕਿਹਾ ਕਿ ਬਹੁਤ ਜਲਦ ਇਹ ਸੰਘਰਸ਼ ਆਪਣੇ ਨਿਰਣਾਇਕ ਮੋੜ ਤੇ ਪੁੱਜੇਗਾ। ਇਸ ਤੋਂ ਇਲਾਵਾ ਕੱਲ੍ਹ ਸੰਯੁਕਤ ਮੋਰਚੇ ਦੀ ਪ੍ਰੈਸ ਕਾਨਫਰੰਸ ਹੋਈ, ਜਿੱਥੇ ਜੋਗਿੰਦਰ ਯਾਦਵ ਜਿਹੜੇ ਕਿ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਸ ਸੰਘਰਸ਼ ਨੂੰ ਇੰਟੈਂਸੀਫਾਈ ਕਰਾਂਗੇ, ਯਾਨੀ ਕਿ ਅਸੀਂ ਹੋਰ ਤੇਜ਼ ਕਰਾਂਗੇ। ਤੇਜ਼ ਕਿਵੇਂ ਕੀਤਾ ਜਾ ਸਕਦਾ ਹੈ ਇਸ ਸੰਘਰਸ਼ ਨੂੰ, ਕਿਉਂਕਿ ਸਾਨੂੰ ਪਤਾ ਹੈ ਕਿ 5 ਸੂਬਿਆਂ ਦੇ ਵਿੱਚ ਚੋਣਾਂ ਹੈ ਔਰ ਇਹਨਾਂ 5 ਸੂਬਿਆਂ ਦੇ ਵਿੱਚ ਸੰਯੁਕਤ ਮੋਰਚੇ ਨੇ ਕਿਹਾ ਕਿ ਸਾਡੇ ਪ੍ਰਤੀਨਿਧ ਜਾਣਗੇ ਭਾਜਪਾ ਖਿਲਾਫ ਵੋਟ ਨਾ ਪਾਉਣ ਦਾ ਜਿਹੜਾ ਹੈ ਇੱਕ ਮੁਜ਼ਾਹਰਾ ਕਰਨਗੇ, ਲੋਕਾਂ ਨੂੰ ਅਪੀਲ ਕਰਨਗੇ, ਦੱਸਣਗੇ ਕਿ ਕਿਵੇਂ ਬੀਜੇਪੀ ਸਰਕਾਰ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਅਨਿਆਂ ਕਰ ਰਹੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਪੱਛਮ ਬੰਗਾਲ ਦੇ ਵਿੱਚ ਉਹ 12 ਨੂੰ ਇੱਕ ਮਹਾ ਰੈਲੀ ਕਰਨਗੇ ਔਰ ਉਸ ਰੈਲੀ ਦੇ ਵਿੱਚ ਅਸੀਂ ਭਾਜਪਾ ਖਿਲਾਫ ਦੱਸਾਂਗੇ ਕਿ ਭਾਜਪਾ ਕਿਵੇਂ ਦੀ ਸਰਕਾਰ ਹੈ। ਵੈਸੇ ਜਦੋਂ ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋਕਤੰਤਰ ਇਹੀ ਹੁੰਦਾ ਹੈ, ਲੋਕਾਂ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਨਾ, ਰਿਸਪੈਕਟ ਕਰਨਾ ਔਰ ਸਮੇਂ ਆਉਣ ਦੇ ਉੱਤੇ ਲੋਕਾਂ ਦੀ ਗੱਲ ਮੰਨਣੀ। ਪਰ ਸ਼ਾਇਦ ਸਾਡੀ ਸਰਕਾਰ ਕਿਸੇ ਹੋਰ ਹੀ ਤਰੀਕੇ ਦਾ ਲੋਕਤੰਤਰ ਬਣਾਉਣਾ ਚਾਹੁੰਦੀ ਹੈ। ਉਹ ਸਮਝਦੀ ਨਹੀਂ ਕਿ ਲੋਕਤੰਤਰ ਲੋਕਾਂ ਦੇ ਨਾਲ ਹੈ। ਲੋਕ ਜਿਹੜੇ ਨੇ ਉਹ ਅਕਸ ਨੇ ਲੋਕਤੰਤਰ ਦਾ। ਇੱਥੋਂ ਤੱਕ ਕਿ ਅਮਰੀਕਨ ਮੁਲਕ ਨੇ ਵੀ ਕਹਿ ਦਿੱਤਾ ਕਿ ਅੱਜ ਕੱਲ੍ਹ ਜਿਹੜੇ ਲੋਕ ਨੇ ਜਾਂ ਅੱਜ ਕੱਲ੍ਹ ਜਿਹੜੇ ਦੇਸ਼ ਨੇ ਉਹ ਗੈਰ ਡੈਮੋਕ੍ਰੈਟਿਕ ਯਾਨੀ ਕਿ ਲੋਕਤੰਤਰ ਨੂੰ ਛੱਡ ਕੇ ਇੱਕ ਤਰੀਕੇ ਦੇ ਨਾਲ ਉਸ ਜਗ੍ਹਾ ਵੱਲ ਚਲੇ ਜਾ ਰਹੇ ਨੇ ਜਿੱਥੇ ਡਿਕਟੇਟਰਸ਼ਿਪ ਦਾ ਰਾਜ ਹੈ। ਤਾਂ ਮੈਨੂੰ ਲੱਗਦਾ ਹੈ ਕਿ ਸਿੱਧਾ ਉਹਨਾਂ ਨੇ ਭਾਰਤ ਨੂੰ ਵੀ ਆਪਣੇ ਬਿਆਨ ਦੇ ਵਿੱਚ ਸ਼ਾਮਲ ਕੀਤਾ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਮੋਦੀ ਸਰਕਾਰ ਦੀ, ਤੇ ਮੋਦੀ ਸਰਕਾਰ ਕਿਸੇ ਹੋਰ ਹੀ ਸਾਈਕੀ ਦੇ ਵਿੱਚ ਬੈਠੀ ਹੈ। ਇਹ ਅਜਿਹੀ ਸਾਈਕੀ ਹੈ ਜਿੱਥੇ ਆਪਣੇ ਆਪ ਨੂੰ ਸਭ ਤੋਂ ਮਹਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਹੇ ਉਹ ਵਿਸਟਾ ਪ੍ਰੋਜੈਕਟ ਬਣਾ ਕੇ ਨਵਾਂ ਪਾਰਲੀਮੈਂਟ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਇੱਕ ਬਹੁਤ ਵੱਡਾ ਰਾਮ ਮੰਦਿਰ ਬਣਾ ਕੇ ਰਹਿੰਦੀ ਦੁਨੀਆ ਤੱਕ ਆਪਣਾ ਨਾਮ ਕਰਨਾ। ਮੈਂ ਉਸ ਦਿਨ ਵੀ ਗੱਲ ਕਰ ਰਿਹਾ ਸੀ ਕਿ ਜਦੋਂ ਅਸੀਂ ਪੁਰਾਣੇ ਸ਼ਾਸਕਾਂ ਨੂੰ ਦੇਖਦੇ ਹਾਂ, ਇਤਿਹਾਸ ਬੋਲ ਕੇ ਦੇਖਦੇ ਹਾਂ, ਤੇ ਹਰ ਸ਼ਾਸਕ ਆਪਣੇ ਸ਼ਾਸਨ ਕਾਲ ਦੌਰਾਨ ਇੱਕ ਨਾ ਇੱਕ ਜਾਂ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਇਮਾਰਤਾਂ ਨੇ ਉਸਾਰਦਾ ਹੈ। ਉਸ ਨੂੰ ਲੱਗਦਾ ਹੈ ਕਿ ਜੇ ਮੈਂ ਨਾ ਰਵਾਂ ਤੇ ਇਹ ਜਿਹੜੀਆਂ ਇਮਾਰਤਾਂ ਨੇ ਰਹਿੰਦੀ ਦੁਨੀਆ ਤੱਕ ਮੇਰਾ ਨਾਮ ਬਦਲਦਾ ਰਹੇ। ਦੂਸਰੇ ਬੰਨੇ ਗੱਲ ਕਰੀਏ ਤੇ ਹਰ ਜਿਹੜਾ ਸ਼ਾਸਕ ਹੈ ਉਹ ਆਪਣੇ ਨਾਂ ਦੀ ਕਰੰਸੀ ਵੀ ਚਲਾਉਂਦਾ ਹੈ। ਇਹਨੇ ਆਪਣੇ ਨਾਂ ਦੀ ਕਰੰਸੀ ਤਾਂ ਨਹੀਂ ਚਲਾਈ, ਪਰ ਡਿਨੋਮੀਨੇਸ਼ਨ ਜਿਹੜਾ ਹੈ ਨੋਟਬੰਦੀ ਕਰ ਦਿੱਤੀ ਔਰ ਉਸ ਤੋਂ ਬਾਅਦ 2000 ਦਾ ਨੋਟ ਆਇਆ। ਇਹ ਵੀ ਇੱਕ ਤਰੀਕੇ ਦੇ ਨਾਲ ਇਹ ਲੱਗ ਰਿਹਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਸਾਰੇ ਫੁੱਟਪ੍ਰਿੰਟ ਵਰਤੇ ਜਾ ਰਹੇ ਨੇ ਜਿਹੜੇ ਕਿ ਕੋਈ ਸ਼ਾਸਕ ਵਰਤਦਾ ਸੀ ਆਪਣੇ ਆਪ ਨੂੰ ਮਹਾਨ ਦਰਸਾਉਣ ਲਈ। ਅਸ਼ੋਕਾ ਨੇ ਸ਼ਿਲਾਲੇਖ ਬਣਵਾਏ ਔਰ ਸਾਨੂੰ ਪਤਾ ਹੈ ਕਿ ਮੁਗਲ ਆਰਕੀਟੈਕਚਰ ਅੱਜ ਤੱਕ ਮਸ਼ਹੂਰ ਹੈ
ਔਰ ਇਦਾਂ ਹੀ ਬਹੁਤ ਸਾਰੇ ਜਿੰਨੇ ਵੀ ਸ਼ਾਸਕ ਭਾਰਤ ਆਏ ਉਹਨਾਂ ਨੇ ਆਪਣੇ ਜਿਹੜੇ ਇਮਾਰਤਾਂ ਨੇ ਇੱਥੇ ਸਾਜੀਆਂ ਕੀਤੀਆਂ। ਗੋਆ ਦੀ ਗੱਲ ਕਰੀਏ ਤਾਂ ਪੁਰਤਗਾਲੀ ਜਾਂ ਪੋਰਚੁਗੀਜ਼ ਜਿਹੜੇ ਆਏ ਨੇ ਉਹਨਾਂ ਨੇ ਆਪਣੀ ਇਮਾਰਤ ਸਾਜੀ ਕੀਤੀ। ਇਦਾਂ ਹੀ ਹੁਣ ਲੱਗ ਰਿਹਾ ਕਿ ਮੋਦੀ ਸਾਹਿਬ ਵੀ ਇਮਾਰਤ ਸਾਜੀ ਕਰਕੇ ਇਹ ਦਰਸਾਉਣਾ ਚਾਹੁੰਦੇ ਨੇ ਕਿ ਉਹ ਬਹੁਤ ਮਹਾਨ ਨੇ, ਉਹਨਾਂ ਵਰਗਾ ਮਹਾਨ ਕੋਈ ਨਹੀਂ ਹੈ। ਸਟੈਚੂ ਆਫ ਯੂਨਿਟੀ ਇਹਦੀ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਹੈ। ਜਿਹੜੇ ਮੇਕ ਇਨ ਇੰਡੀਆ ਦਾ ਨਾਰਾ ਲਾ ਰਹੇ ਸੀ ਔਰ ਸਟੈਚੂ ਆਫ ਯੂਨਿਟੀ ਨੂੰ ਜਾਂ ਉਹਦਾ ਰॉ ਮਟੀਰੀਅਲ ਜਿਹੜਾ ਹੈ ਚਾਈਨਾ ਤੋਂ ਮੰਗਾਉਂਦੇ ਨੇ, ਤੇ ਫਿਰ ਮੇਕ ਇਨ ਇੰਡੀਆ ਕਿਹੜੀ ਗੱਲ ਦਾ। ਅੱਛਾ, ਦੂਸਰੇ ਬੰਨੇ ਜੇ ਗੱਲ ਕੀਤੀ ਜਾਵੇ, ਅੱਜ ਕੱਲ੍ਹ ਓਪੋਜੀਸ਼ਨ ਵੀ ਜਿਵੇਂ 5 ਸੂਬਿਆਂ ਦੇ ਵਿੱਚ ਚੋਣਾਂ ਨੇ ਤੇ ਉਹ ਲਗਾਤਾਰ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ। ਰਾਹੁਲ ਗਾਂਧੀ ਕਿਤੇ ਵਰਚੁਅਲ ਕਾਨਫਰੰਸ ਕਰ ਰਹੇ ਸੀਗੇ, ਉੱਥੇ ਕਿਸੇ ਨੇ ਉਹਨਾਂ ਨੂੰ ਪੁੱਛ ਲਿਆ ਕਿ ਤੁਹਾਡੇ ਵੀ ਤਾਂ ਕੀ ਵਿਚਾਰ ਨੇ, ਤੁਸੀਂ ਵੀ ਜਦੋਂ ਅਸੀਂ ਕਾਂਗਰਸ ਦੀ ਸੱਤਾ ਸੀ ਉਦੋਂ ਵੀ ਤੇ ਇਹ ਕੁਝ ਹੋ ਰਿਹਾ ਸੀ ਜੋ ਮੋਦੀ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ 1975 ਦੇ ਵਿੱਚ ਐਮਰਜੈਂਸੀ ਲੱਗੀ, ਹਾਂ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਗਲਤ ਹੈ ਔਰ ਸਾਡੀ ਪਾਰਟੀ ਜਾਂ ਕਾਂਗਰਸ ਜਿਹੜੀ ਹੈ ਗਲਤ ਨੂੰ ਗਲਤ ਕਹਿਣ ਦੇ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦੀ। ਪਰ ਜਿਹੜੀ ਹੁਣ ਦੀ ਸਰਕਾਰ ਕਰ ਰਹੀ ਹੈ, ਸ਼ਾਇਦ ਉਹਨੂੰ ਇਹ ਲੱਗ ਰਿਹਾ ਹੈ ਕਿ ਉਹ ਸਭ ਕੁਝ ਠੀਕ ਕਰ ਰਹੀ ਹੈ। ਇੱਕ ਗੱਲੋਂ ਇਹ ਵੀ ਸਹੀ ਹੈ ਕਿ ਓਪੋਜੀਸ਼ਨ ਜਦੋਂ ਆ ਕੇ ਕਹੇ ਕਿ ਹਾਂ ਅਸੀਂ ਗਲਤੀ ਕੀਤੀ ਸੀਗੀ, ਪਰ ਓਪੋਜੀਸ਼ਨ ਉਸ ਟਾਈਮ ਆ ਕੇ ਗਲਤੀ ਕਹਿ ਰਹੀ ਹੈ ਜਿਸ ਟਾਈਮ ਚੋਣਾਂ ਨੇ। ਉਹਨਾਂ ਨੇ ਕਿਹਾ ਕਿ ਅਰਾਜਕਤਾ ਫੈਲ ਗਈ ਹੈ, ਨਿਆਂ ਪ੍ਰਣਾਲੀ ਜਿਹੜੀ ਹੈ ਉਹਦੇ ਤੇ ਭਰੋਸਾ ਨਹੀਂ ਲੋਕਾਂ ਦਾ, ਵਿਧਾਨ ਪਾਲਿਕਾ ਜਾਂ ਕਹਿ ਲਓ ਕਿਸੇ ਲੋਕਤੰਤਰੀ ਰਾਜ ਦੀ ਲੋਕ ਸਭਾ ਰਾਜ ਸਭਾ ਦੇ ਵਿੱਚ ਉਹ ਗੱਲਾਂ ਨਹੀਂ ਹੋ ਰਹੀਆਂ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ। ਕਿਤੇ ਨਾ ਕਿਤੇ ਗੱਲ ਵੀ ਬਿਲਕੁਲ ਠੀਕ ਹੈ। ਅਸੀਂ ਜੇ ਗੱਲ ਕਰੀਏ ਲੋਕਤੰਤਰ ਦੀ, ਤੇ ਲੋਕ ਸਭਾ ਦੇ ਵਿੱਚ ਕਦੇ ਵੀ ਕਿਸਾਨੀ ਮੁੱਦਾ ਉਨੀ ਜ਼ੋਰ ਸ਼ੋਰ ਦੇ ਨਾਲ ਨਹੀਂ ਉੱਠਿਆ ਗਿਆ। ਪਿਛਲੇ ਬਜਟ ਸੈਸ਼ਨ ਦੇ ਵਿੱਚ ਜਦੋਂ ਕਿਸਾਨੀ ਮੁੱਦੇ ਦੀ ਗੱਲ ਹੋਣ ਲੱਗੀ, ਬਜਟ ਸੈਸ਼ਨ ਜਿਹੜਾ ਸੀ ਉਸ ਨੂੰ ਜਲਦ ਖਤਮ ਕਰ ਦਿੱਤਾ। ਦੂਸਰੇ ਬੰਨੇ ਜੇ ਅਸੀਂ ਗੱਲ ਕਰ ਲਈਏ ਰਾਜਨਾਥ ਸਿੰਘ ਦੀ, ਸਾਡੇ ਡਿਫੈਂਸ ਮਿਨਿਸਟਰ ਨੇ, ਔਰ ਇੰਜ ਲੱਗ ਰਿਹਾ ਕਿ ਲਗਾਤਾਰ ਉਹ ਕਿਸੇ ਝੂਠ ਦੇ ਸਹਾਰੇ ਜਿਹੜਾ ਹੈ ਸਟੇਟਮੈਂਟਾਂ ਬਟੋਰ ਰਹੇ ਨੇ। ਅਮਰੀਕਾ ਦੀ ਇੱਕ ਆਰਗੇਨਾਈਜੇਸ਼ਨ ਨੇ ਇਹ ਰਿਵੀਲ ਕੀਤਾ ਕਿ ਚਾਈਨਾ ਨੇ ਪਾਵਰ ਗ੍ਰਿਡ ਜਿਹੜਾ ਇੰਡੀਆ ਦਾ ਹੈ ਉਹਦੇ ਤੇ ਕਬਜ਼ਾ ਕਰ ਲਿਆ, ਉਹਨੂੰ ਹੈਕ ਕਰ ਲਿਆ, ਔਰ ਉਸ ਤੋਂ ਬਾਅਦ ਮੁੰਬਈ ਦੇ ਵਿੱਚ ਕਹਿੰਦੇ ਕਿ ਜਿਹੜੀ ਬਿਜਲੀ ਗਈ ਸੀਗੀ ਉਹ ਵੀ ਉਹਦੇ ਵਿੱਚ ਇੱਕ ਵੱਡਾ ਕਾਰਨ ਹੋ ਸਕਦਾ ਹੈ। ਪਰ ਰਾਜਨਾਥ ਸਿੰਘ ਹੁਣੀ ਬਹੁਤ ਵਾਰ ਇਹ ਕਲੇਮ ਕਰ ਰਹੇ ਨੇ, ਮੀਡੀਆ ਸਾਹਮਣੇ ਆ ਕੇ ਕਹਿ ਰਹੇ ਨੇ ਕਿ ਸਭ ਕੁਝ ਠੀਕ ਹੈ, ਕੁਝ ਵੀ ਗਲਤ ਨਹੀਂ ਹੋਇਆ, ਸਾਡੀ ਸਰਕਾਰ ਲਗਾਤਾਰ ਗੱਲਾਂ ਕਰ ਰਹੀ ਹੈ, ਪੈਸੀਫਾਈ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਖਬਰਾਂ ਵੀ ਦੇਖੀਆਂ, ਚਾਈਨਾ ਔਰ ਭਾਰਤ ਦੇ ਵਿੱਚ ਇੱਕ ਸਮਝੌਤਾ ਹੋਣ ਤੋਂ ਬਾਅਦ ਕਹਿੰਦੇ ਜੀ ਕਿ ਜਿਹੜੀ ਇੱਕ ਮਿਲਟਰੀ ਹੈ ਉਹ ਪੁੱਲ ਓਵਰ ਕਰ ਲਈ ਹੈ, ਪੁੱਲ ਆਊਟ ਕਰ ਲਈ ਹੈ, ਉਸ ਜਗ੍ਹਾ ਤੋਂ ਹਟਾ ਲਈ ਗਈ ਹੈ। ਪਰ ਫਿਰ ਬਾਅਦ ਵਿੱਚ ਖਬਰ ਆਉਂਦੀ ਹੈ ਕਿ ਬੇਸ ਤੋਂ ਜਿਹੜਾ ਹਜੇ ਕੋਈ ਨਹੀਂ ਹਿੱਲਿਆ। ਸੋ ਇਸ ਹਿਸਾਬ ਨਾਲ ਇਹ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਖਿੱਚਤਣ ਜਿਹੜੀ ਹੈ ਅਜੇ ਵੀ ਜਾਰੀ ਹੈ, ਪਰ ਡਿਫੈਂਸ ਮਿਨਿਸਟਰ ਜੋ ਦੱਸਣਾ ਚਾਹ ਰਹੇ ਨੇ ਉਹ ਸ਼ਾਇਦ ਕੁਝ ਹੋਰ ਹੀ ਦੱਸ ਰਹੇ ਨੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣਾਂ ਦਾ ਇੱਕ ਸਟੇਟਮੈਂਟ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਨੋਟਬੰਦੀ ਦੇ ਮਾੜੇ ਫੈਸਲੇ ਕਰਕੇ ਬੇਰੁਜ਼ਗਾਰੀ ਸਿਖਰਾਂ ਤੇ ਆ। ਮਨਮੋਹਨ ਸਿੰਘ ਹੁਣਾਂ ਦੀ ਇਹ ਸਟੇਟਮੈਂਟ ਹੈ। ਔਰ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਨੇ ਡਾਕਟਰ ਮਨਮੋਹਨ ਸਿੰਘ, ਉਹਨਾਂ ਨੇ ਲੰਮੇ ਹੱਥੀ ਸਰਕਾਰ ਨੂੰ ਲਿਆ ਔਰ ਕਿਹਾ ਕਿ ਬੇਰੁਜ਼ਗਾਰੀ ਦਾ ਕਾਰਨ ਜਿਹੜਾ ਹੈ ਉਹ ਨੋਟਬੰਦੀ ਹੈ। ਮੈਂ ਪਹਿਲਾਂ ਵੀ ਨੋਟਬੰਦੀ ਦੀ ਗੱਲ ਕਰ ਚੁੱਕਾ ਹਾਂ। 99% ਜਿਹੜਾ ਕੈਸ਼ ਫਲੋ ਦੇ ਵਿੱਚ ਸੀਗਾ ਉਹ ਵਾਪਸ ਆ ਗਿਆ, ਤੇ ਫਿਰ ਕਾਲਾ ਧਨ ਕਿੱਥੇ ਆ? ਸਰਕਾਰ ਨੇ ਜਿਹੜੇ ਐਫਰਟਸ ਲਈ ਨੋਟਬੰਦੀ ਕੀਤੀ ਸੀ ਉਹ ਨੋਟਬੰਦੀ ਉਸ ਐਫਰਟ ਨੂੰ ਕਿਉਂ ਨਹੀਂ ਪਾ ਸਕੀ? ਔਰ ਇਹ ਕਿਤੇ ਨਾ ਕਿਤੇ ਸਰਕਾਰਾਂ ਦਾ ਬਿਗੇਸਟ ਫੇਲੀਅਰ ਹੈ। ਪਰ ਅਜੇ ਤੱਕ ਨਾ ਕੋਈ ਸਾਡੇ ਕੋਲ ਇਸ ਸਟੇਟਮੈਂਟ ਆਈ ਹੈ, ਨਾ ਕੋਈ ਇਸ ਫੇਲੀਅਰ ਨੂੰ ਐਕਸੈਪਟੈਂਸ ਸਟੇਟਮੈਂਟ ਦੀ ਤਾਂ ਗੱਲ ਛੱਡ ਦਿਓ, ਨਾ ਹੀ ਇਸ ਬਾਰੇ ਹੁਣ ਕੋਈ ਗੱਲਾਂ ਕਰ ਰਿਹਾ ਹੈ। ਜਦੋਂ ਨੋਟਬੰਦੀ ਕਰਨੀ ਸੀਗੀ ਉਦੋਂ ਤਾਂ 8 ਵਜੇ ਟੀਵੀ ਦੇ ਉੱਤੇ ਆਉਂਦੇ ਨੇ ਔਰ ਕਹਿੰਦੇ ਨੇ ਕਿ ਭਾਈਓ ਔਰ ਬਹਿਨੋਂ ਨੋਟਬੰਦੀ ਹੈ ਔਰ ਕੱਲ ਸੇ ਇਹ ਨੋਟ ਖਤਮ ਹੋ ਜਾਏਗੇ। ਬਹੁਤ ਲੋਕਾਂ ਨੇ ਸਰਵਾਈਵ ਕੀਤਾ, ਬੜੇ ਲੋਕਾਂ ਨੇ ਆਪਣੀਆਂ ਧੀਆਂ ਦੇ ਵਿਆਹ ਰੱਖੇ ਹੋਏ ਸੀਗੇ, ਉਹਨਾਂ ਨੂੰ ਹਾਰਟ ਅਟੈਕ ਆਉਣੇ ਸ਼ੁਰੂ ਹੋ ਗਏ। ਪਰ ਨੋਟਬੰਦੀ ਜ਼ਰੂਰੀ ਸੀ ਸਮੇਂ ਦੇ ਲਈ। ਔਰ ਜਦੋਂ ਲੋਕਾਂ ਨੇ ਕਿਹਾ ਕਿ ਇਹਦਾ ਫਾਇਦਾ ਕੀ ਹੋਊਗਾ, ਤਾਂ ਫਾਈਨੈਂਸ ਮਿਨਿਸਟਰੀ ਵੱਲੋਂ ਸਟੇਟਮੈਂਟ ਆਉਂਦੀ ਹੈ ਕਿ ਜੀ ਲੌਂਗ ਟਰਮ 'ਚ ਪਤਾ ਲੱਗੂਗਾ। ਅੱਜ ਕਿੰਨੇ ਸਾਲ ਹੋ ਚੁੱਕੇ ਨੇ, ਲੌਂਗ ਟਰਮ ਦਾ ਕਿੱਥੇ ਪਤਾ ਲੱਗੂਗਾ? ਸੋ ਕਿਤੇ ਨਾ ਕਿਤੇ ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਇਹ ਗੱਲ ਔਰ ਇਹ ਸਟੇਟਮੈਂਟ ਬਿਲਕੁਲ ਸਹੀ ਲੱਗਦੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਰਹੀਆਂ ਨੇ। ਮੋਦੀ ਸਰਕਾਰ ਤਾਂ ਇੱਦਾਂ ਆਉਂਦੀ ਹੈ ਕਿ ਸ਼ਾਇਦ ਕਿਸੇ ਤੋਂ ਸੁਣ ਲਿਆ ਔਰ ਉਸਨੂੰ ਫਿਰ ਅਪਲਾਈ ਕਰ ਦਿੱਤਾ, ਨਾ ਕਿਸੇ ਨਾਲ ਸਲਾਹ ਕੀਤੀ, ਨਾ ਕਿਸੇ ਦੇ ਨਾਲ ਗੱਲ ਕੀਤੀ, ਔਰ ਆਪਣੀ ਮਰਜ਼ੀ ਜਿਹੜੀ ਹੈ ਉਹ ਪੁਗਾ ਕੇ ਚਲੇ ਜਾਣਾ। ਦੂਸਰੇ ਬੰਨੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਬਜਟ ਇਜਲਾਸ ਚੱਲ ਰਿਹਾ ਹੈ, ਪਰ ਆਏ ਦਿਨ ਕੁਝ ਨਹੀਂ ਖਾਸ ਲੱਗਦਾ ਹੈ ਕਿ ਪੋਲੀਟੀਕਲ ਪਾਰਟੀਆਂ ਸਿਰਫ ਕਮਰ ਕੱਸ ਕੇ ਆਪਣੀ ਪੋਲੀਟੀਕਲ ਯਾਤਰਾ ਜਿਹੜੀ ਹੈ ਉਹਦੀ ਤਿਆਰੀਆਂ ਕਰ ਰਹੇ ਨੇ। ਸਭ ਨੂੰ ਪਤਾ ਹੈ ਕਿ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ ਪੰਜਾਬ ਦੇ ਵਿੱਚ ਫਰਵਰੀ ਦੇ ਵਿੱਚ, ਇਸ ਕਰਕੇ ਲਗਾਤਾਰ ਹਰ ਕੋਈ ਜਿਹੜਾ ਹੈ ਇੱਕ ਪੋਲੀਟੀਕਲ ਰੋਟੀ ਸੇਕਣ ਦੇ ਪਿੱਛੇ ਲੱਗਾ ਹੋਇਆ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ ਸੱਤਾ ਦੇ ਵਿੱਚ ਬੈਠੀ ਕਾਂਗਰਸ ਹੋਵੇ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੋਵੇ। ਸਟੇਟ ਸਬਜੈਕਟ ਨੂੰ ਕਈ ਵਾਰ ਇੱਕ ਸੂਬੇ ਦਾ ਸਬਜੈਕਟ ਬਣਾ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹਾਂ, ਪੈਟਰੋਲ ਵੱਧ ਰਿਹਾ ਹੈ, ਪਰ ਜੇ ਵੈਟ ਦੀ ਗੱਲ ਕੀਤੀ ਜਾਵੇ ਤਾਂ ਵੈਟ ਵੀ ਘੱਟ ਨਹੀਂ ਹੈ। ਤੇ ਦੂਸਰੇ ਬੰਨੇ ਜੇ ਅਸੀਂ ਟੈਕਸ ਦੀ ਗੱਲ ਕਰ ਲਈਏ, ਸੈਸ ਦੀ ਗੱਲ ਕਰੀਏ, ਲਗਾਤਾਰ ਸੈਂਟਰ ਨੇ ਬਹੁਤ ਜ਼ਿਆਦਾ ਟੈਕਸ ਲਗਾ ਰੱਖਿਆ ਹੈ।
ਪਰ ਇਸ ਮੱਦੇ ਨਜ਼ਰ ਬਹੁਤ ਸਾਰੇ ਮੁੱਦੇ ਹੋਰ ਵੀ ਨੇ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ, ਨਸ਼ਾ ਰੋਕਥਾਮ ਇੱਕ ਅਹਿਮ ਮੁੱਦਾ ਹੈ, ਟਰਾਂਸਪੋਰਟ ਇੱਕ ਅਹਿਮ ਮੁੱਦਾ ਹੈ, ਐਜੂਕੇਸ਼ਨ ਅਹਿਮ ਮੁੱਦਾ ਹੈ। ਸ਼ਾਇਦ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰਾਂ ਗੱਲ ਨਹੀਂ ਕਰ ਰਹੀਆਂ। ਗੱਲ ਜਿਹੜੀ ਹੈ ਉਹ ਐਕਚੁਅਲ ਮੁੱਦਿਆਂ ਤੋਂ ਹਟਾ ਕੇ ਉਹਨਾਂ ਮੁੱਦਿਆਂ ਦੇ ਉੱਤੇ ਕੀਤੀ ਜਾ ਰਹੀ ਹੈ ਜਿੱਥੋਂ ਲੱਗ ਰਿਹਾ ਹੈ ਕਿ ਲਾਈਮਲਾਈਟ ਲੈ ਕੇ ਅਸੀਂ ਵੋਟਾਂ ਦੀ ਗਿਣਤੀ ਦੇ ਵਿੱਚ ਅੱਗੇ ਆ ਜਾਵਾਂਗੇ। ਮੈਨੂੰ ਲੱਗਦਾ ਕਿ ਸਰਕਾਰਾਂ ਲਈ ਸ਼ਾਇਦ ਆਮ ਆਵਾਮ ਜਿਹੜੀ ਹੈ ਉਹ ਆਮ ਆਵਾਮ ਨਾ ਹੋ ਕੇ ਸਿਰਫ ਤੇ ਸਿਰਫ ਵੋਟਾਂ ਨੇ, ਔਰ ਇਹਨਾਂ ਨੂੰ ਫਰਕ ਉਦੋਂ ਹੀ ਪੈਂਦਾ ਜਦੋਂ ਇਹਨਾਂ ਦੀਆਂ ਵੋਟਾਂ ਘਟਦੀਆਂ ਬਣਦੀਆਂ ਨੇ। ਜੇਕਰ ਇੱਕ ਗੱਲ ਕਹਿ ਲਈਏ ਕਿ ਇਹਨਾਂ ਨੂੰ ਫਰਕ ਪੈਂਦਾ ਹੁੰਦਾ ਤਾਂ ਸ਼ਾਇਦ ਕਿਸਾਨੀ ਸੰਘਰਸ਼ ਇੰਨਾ ਲੰਬਾ ਨਹੀਂ ਚੱਲਦਾ, ਸ਼ਾਇਦ ਕਿਸਾਨੀ ਸੰਘਰਸ਼ ਦੀ ਗੱਲਬਾਤ ਸੁਣੀ ਜਾਂਦੀ। ਸਰਕਾਰਾਂ ਨੂੰ ਲੱਗਦਾ ਹੈ ਕਿ ਸ਼ਾਇਦ ਗਰਮਾ ਗਰਮ ਮੁੱਦਿਆਂ 'ਤੇ ਗੱਲ ਕਰਕੇ ਉਹ ਸੱਤਾ ਦੇ ਵਿੱਚ ਆ ਚੜ੍ਹ ਗਿਆ। ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ, ਖਾਸ ਕਰਕੇ ਜੇ ਅਸੀਂ ਕਹਿ ਲਈਏ ਕਿ ਉਹ ਪੰਜਾਬ ਦੇ ਲੋਕ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਵਿੱਢਿਆ ਸੀ, ਉਹ ਹੁਣ ਇੰਨੇ ਕੁ ਜਾਗਰੂਕ ਹੋ ਚੁੱਕੇ ਨੇ ਕਿ ਸਰਕਾਰਾਂ ਦੀਆਂ ਨੀਤੀਆਂ ਬਖੂਬੀ ਸਮਝਦੇ ਨੇ। ਸੋ ਸਰਕਾਰ ਨੂੰ ਵੀ ਹੁਣ ਕਮਰ ਕੱਸਣੀ ਪੈਣੀ ਹੈ, ਸਰਕਾਰ ਨੂੰ ਅੱਗੇ ਆਉਣਾ ਪੈਣਾ ਹੈ ਤੇ ਠੋਸ ਮੁੱਦਿਆਂ ਦੇ ਉੱਤੇ ਗੱਲ ਕਰਨੀ ਪੈਣੀ ਹੈ। ਜਦੋਂ ਠੋਸ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਤੇ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਐਡਵਾਈਜ਼ਰੀ ਯਾਨੀ ਕਿ ਚੀਫ ਐਡਵਾਈਜ਼ਰੀ ਬਣਾ ਦਿੱਤਾ ਗਿਆ ਹੈ ਸਾਡੇ ਸੀਐਮ ਸਾਹਿਬ ਦਾ, ਕੈਪਟਨ ਅਮਰਿੰਦਰ ਹੁਣਾਂ ਦਾ। ਉਹ ਪ੍ਰਸ਼ਾਂਤ ਕਿਸ਼ੋਰ ਜਿਵੇਂ ਕਹਿ ਲਓ ਕਿ ਇੱਕ ਬਲੂ ਪ੍ਰਿੰਟ ਜਿਹੜਾ ਤਿਆਰ ਕਰਕੇ ਦਿੱਤਾ ਸੀ ਇਲੈਕਸ਼ਨਸ ਦੇ ਲਈ, ਪ੍ਰੋਪੇਗੈਂਡਾ ਬਣਾਇਆ ਸੀ, ਉਹਨਾਂ ਨੂੰ ਦੁਬਾਰਾ ਤੋਂ ਆਪਣਾ ਐਡਵਾਈਜ਼ਰ ਜਾਰੀ ਕੀਤਾ ਗਿਆ। ਅੱਛਾ, ਇਹ ਵੀ ਕਿਹਾ ਕਿ ਉਹ ਕੈਬਨਿਟ ਮੰਤਰੀ ਹੋਣਗੇ, ਉਹਨਾਂ ਨੂੰ ਸੁੱਖ ਸੁਵਿਧਾ ਮਿਲਣਗੀਆਂ, ਪਰ ਸੈਲਰੀ ਜਿਹੜੀ ਹੈ ਉਹ 1 ਰੁਪਈਆ ਲੈਣਗੇ। ਪਿਛਲੀ ਵਾਰ ਉਹਨਾਂ ਨੇ ਪਤਾ ਨਹੀਂ ਕਿੰਨੇ 100 ਕਰੋੜ ਰੁਪਇਆ ਕੈਂਪੇਨ ਡਿਜ਼ਾਈਨ ਕਰਦਾ ਲਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਵਾਰ ਵੀ ਕੈਪਟਨ ਅਮਰਿੰਦਰ ਹੋਣੀ ਉਹਨਾਂ ਨੂੰ ਇੰਨੇ ਪੈਸੇ ਜਿਹੜੇ ਨੇ ਦੇ ਸਕਦੇ ਨੇ। ਇਸ ਤੋਂ ਇਲਾਵਾ ਜਦੋਂ ਕੈਂਪੇਨ ਦੀ ਗੱਲ ਹੁੰਦੀ ਹੈ ਤੇ ਬਹੁਤ ਕੁਝ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਹੋਏਗਾ, ਔਰ ਇਹ ਕਿਹਾ ਸੀ ਕਿ ਬੇਅਦਬੀ ਕਾਂਡ ਜਿਹੜਾ ਹੋਇਆ ਸੀ ਉਹਦੀ ਅਸੀਂ ਪੁੱਛ ਪੜਤਾਲ ਕਰਾਂਗੇ। ਕੱਲ ਮੈਜਿਸਟ੍ਰੇਟ ਏਕਤਾ ਉੱਪਲ ਨੇ ਸੰਮਨ ਜਾਰੀ ਕਰਕੇ ਸੁਮੇਧ ਸਾਹਣੀ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਹਾਲਾਂਕਿ ਪਿਛਲੀਆਂ ਤਰੀਕਾਂ ਤੇ ਸੁਮੇਧ ਸਾਹਣੀ ਕਦੇ ਪੇਸ਼ ਹੀ ਨਹੀਂ ਹੋਏ, ਪਰ ਫਿਰ ਵੀ ਇਸ ਵਾਰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸੀਗਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਰਜ਼ੀ ਜ਼ਮਾਨਤ ਦੇ ਦਿੱਤੀ, ਪਰ ਉਹਨਾਂ ਦੀ ਜ਼ਮਾਨਤ ਰੱਦ ਹੋ ਗਈ ਹੈ। ਹੁਣ ਲੱਗਦਾ ਹੈ ਕਿ ਸ਼ਾਇਦ ਇਹ ਜ਼ਮਾਨਤ ਵਾਲਾ ਖੇਲ, 1 ਮਹੀਨੇ ਦੇ ਨੋਟਿਸ ਵਾਲਾ ਖੇਲ ਖਤਮ ਕਰਨ ਦਾ ਟਾਈਮ ਆ ਗਿਆ। ਜੇ ਸਰਕਾਰ ਵਾਕਈ ਸੰਜੀਦਾ ਹੈ, ਵਾਕਈ ਪੰਜਾਬੀਆਂ ਦੇ ਲਈ ਇੱਕ ਨਿਆਂ ਪ੍ਰਣਾਲੀ ਨੂੰ ਪ੍ਰੂਵ ਕਰਨਾ ਚਾਹੁੰਦੀ ਹੈ ਔਰ ਸਾਡੇ ਸਾਹਮਣੇ ਇੱਕ ਸੱਚ ਲੈ ਕੇ ਆਉਣਾ ਚਾਹੁੰਦੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਕੈਪਟਨ ਅਮਰਿੰਦਰ ਹੋਣਾ ਦੀ ਸਰਕਾਰ ਦੇ ਕੋਲ ਇਹ ਸਮਾਂ ਜਿਹੜਾ 8-9 ਮਹੀਨਿਆਂ ਦਾ ਹੈ ਉਹ ਹੈ ਤੇ ਸਾਡੇ ਲਈ ਪ੍ਰੂਵ ਕੀਤਾ ਜਾਵੇ ਤੇ ਉਸ ਤੋਂ ਬਾਅਦ ਸ਼ਾਇਦ ਸਾਡੇ ਪੰਜਾਬੀਆਂ ਦੇ ਜਿਹੜੇ ਦਿਮਾਗ ਨੇ ਜਾਂ ਫਿਰ ਇਹ ਕਹ ਲਓ ਕਿ ਦਿਲ ਕਿਸੇ ਹੋਰ ਬੰਨੇ ਸੋਚਣ ਲਈ ਮਜਬੂਰ ਹੋਣਗੇ। ਇਹ ਸੀ ਅੱਜ ਦਾ ਕਰੰਟ ਟੌਪਿਕਸ। ਲਗਾਤਾਰ ਮੈਂ ਤੁਹਾਡੇ ਲਈ ਕਰੰਟ ਟੌਪਿਕਸ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।